हाँ जी, वाहिगुरू जी का खालसा वाहिगुरू जी की फतेह। ਕਹਿੰਦੇ ਹਨ ਕਿ ਮਨ ਬੜਾ ਬਲਵਾਨ ਹੁੰਦਾ ਹੈ, ਇਸ ਨੂੰ ਕਾਬੂ ਕਰਨਾ ਬੜਾ ਔਖਾ ਹੈ। ਪਰ ਜਿਹੜੇ ਰੱਬ ਦੇ ਬੰਦੇ ਆਪਣੇ ਮਨ ਨੂੰ ਕਾਬੂ ਕਰਕੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਜਾਂਦੇ ਹਨ, ਉਹਨਾਂ ਦੇ ਆਪਣੇ ਬੋਲਾਂ ਤੇ ਵੀ ਫਿਰ ਪਰਮਾਤਮਾ ਦੀ ਇਹੋ ਜਿਹੀ ਕਿਰਪਾ ਹੁੰਦੀ ਹੈ ਕਿ ਫਿਰ ਉਹਨਾਂ ਦਾ ਹਰ ਬੋਲ ਐਨ ਪੂਰਾ ਸੱਚ ਹੋ ਜਾਂਦਾ ਹੈ। ਇਹੋ ਜਿਹੀ ਇੱਕ ਗੁਰੂ ਘਰ ਦੇ ਮਹਾਨ ਸ਼ਰਧਾਲੂ ਭਾਈ ਸ਼ਾਲੋ ਜੀ ਦਾ ਇਤਿਹਾਸ ਅੱਜ ਇਸ ਵੀਡੀਓ ਵਿੱਚ ਆਪਾਂ ਸਾਂਝਾ ਕਰਾਂਗੇ ਕਿ ਆਖਿਰ ਕਿਉਂ ਭਾਈ ਸ਼ਾਲੋ ਜੀ ਦੇ ਕਥਨਾਂ ਕਰਕੇ ਇੱਕ ਲੜਕਾ ਆਪਣੀ ਬੋਲੀ ਤੇ ਸਰੀਰਕ ਅੰਗਾਂ ਸਮੇਤ ਇੱਕ ਲੜਕੀ ਵਿੱਚ ਤਬਦੀਲ ਹੋ ਗਿਆ। ਇਸ ਤੋਂ ਇਲਾਵਾ ਜਾਣਾਂਗੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣ ਵਿੱਚ ਭਾਈ ਸ਼ਾਲੋ ਜੀ ਦਾ ਕੀ ਯੋਗਦਾਨ ਹੈ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਿੱਖ ਇਤਿਹਾਸ ਨਾਲ ਜੁੜੇ ਸ਼ਾਨਦਾਰ ਵੀਡੀਓਜ਼ ਦੇਖਣ ਲਈ ਸਕਸੈਸਦਾਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਇਤਿਹਾਸ ਦੇ ਜਿਹੜੇ ਟੌਪਿਕ ਬਾਰੇ ਵੀ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਸਭ ਕੁਝ ਪਤਾ ਹੈ, ਪਹਿਲਾ ਵੀਡੀਓ ਉਸੇ ਟੌਪਿਕ ਦਾ ਵੇਖਿਓ, ਤੁਹਾਨੂੰ 100 ਨਵੀਆਂ ਗੱਲਾਂ ਪਤਾ ਲੱਗਣਗੀਆਂ। ਇਹ ਗੱਲ ਹੈ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਦੀ। ਘੋਲਾ ਕੰਗੜ ਦੇ ਇਲਾਕੇ ਵਿੱਚ ਸੱਖੀ ਸਰਵਰ ਨੂੰ ਮੰਨਣ ਵਾਲੇ ਇੱਕ ਪਰਿਵਾਰ ਵਿੱਚ ਭਾਈ ਦਿਆਲਾ ਜੀ ਦੇ ਘਰ ਬੀਬੀ ਸੁਖ ਦੇਵੀ ਦੀ ਕੁੱਖ ਤੋਂ ਭਾਈ ਸ਼ਾਲੋ ਜੀ ਦਾ ਜਨਮ ਹੋਇਆ ਸੀ। ਹਜੇ ਮਸਾ 13-14 ਸਾਲ ਦੀ ਉਮਰ ਹੋਊਗੀ ਭਾਈ ਸ਼ਾਲੋ ਜੀ ਦੀ ਜਦੋਂ ਇਹ ਆਪਣੇ ਮਾਤਾ ਪਿਤਾ ਜੀ ਤੇ ਪਿੰਡ ਵਾਸੀਆਂ ਦੇ ਨਾਲ ਸ਼੍ਰੀ ਰਾਮਦਾਸ ਜੀ ਦੇ ਦਰਸ਼ਨ ਕਰਨ ਅੰਮ੍ਰਿਤਸਰ ਸਾਹਿਬ ਆਏ ਸਨ। ਇਹ ਉਹ ਸਮਾਂ ਸੀ ਜਦੋਂ ਹਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣ ਦੀਆਂ ਤਿਆਰੀਆਂ ਸ਼ੁਰੂ ਹੀ ਹੋਈਆਂ ਸਨ। ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਤੇ ਇੱਥੇ ਕੁਝ ਦਿਨ ਸੇਵਾ ਕਰਕੇ ਭਾਈ ਸ਼ਾਲੋ ਜੀ ਇੰਨੇ ਨਿਹਾਲ ਹੋ ਗਏ, ਇੰਨਾ ਡੂੰਘਾ ਅਸਰ ਪਿਆ ਉਹਨਾਂ ਦੇ ਮਨ ਤੇ ਕਿ ਪਰਿਵਾਰ ਤੇ ਪਿੰਡ ਵਾਸੀ ਤਾਂ ਵਾਪਸ ਮੁੜ ਗਏ। ਪਰ ਭਾਈ ਸ਼ਾਲੋ ਜੀ ਨੇ ਇੱਥੇ ਗੁਰੂ ਚਰਨਾਂ 'ਚ ਰਹਿ ਕੇ ਹੀ ਸੇਵਾ ਕਰਨ ਦਾ ਮਨ ਬਣਾ ਲਿਆ। ਇਸ ਤੋਂ ਬਾਅਦ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ ਗਿਆ ਤਾਂ ਭਾਈ ਸ਼ਾਲੋ ਜੀ ਨੇ ਇਹਦੇ ਵਿੱਚ ਜੀ ਤੋੜ ਮਿਹਨਤ ਕੀਤੀ, ਰੱਜ ਕੇ ਸੇਵਾ ਕੀਤੀ। ਇੱਕ ਹੋਰ ਬੜੀ ਜ਼ਰੂਰੀ ਗੱਲ, ਸਿੱਖ ਧਰਮ ਦੀ ਇੱਕ ਜਿਹੜੀ ਬਹੁਤ ਹੀ ਵਿਲੱਖਣਤਾ ਰਹੀ ਹੈ ਕਿ ਸਾਡੇ ਗੁਰੂ ਸਾਹਿਬਾਨ ਸਿਰਫ ਸਾਡੇ ਧਾਰਮਿਕ ਆਗੂ ਨਹੀਂ ਸਨ, ਉਹਨਾਂ ਆਰਥਿਕ, ਸਮਾਜਿਕ, ਰਾਜਨੀਤਿਕ ਹਰ ਪੱਖ ਤੋਂ ਸਾਨੂੰ ਰਾਹ ਵਿਖਾਈ ਹੈ। ਸ਼੍ਰੀ ਗੁਰੂ ਰਾਮਦਾਸ ਜੀ ਜਾਣਦੇ ਸਨ ਕਿ ਜੇ ਕੌਮ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ, ਇੱਥੋਂ ਤੱਕ ਕਿ ਜੇ ਸੇਵਾ ਦੇ ਖੇਤਰ 'ਚ ਵੀ ਅੱਗੇ ਲਿਜਾਣਾ ਹੈ ਤਾਂ ਸਭ ਤੋਂ ਪਹਿਲਾਂ ਕੌਮ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨਾ ਪਊਗਾ। ਜਿਹਦੀ ਆਪਦੀ ਹੀ ਜੇਬ ਖਾਲੀ ਹੋਊਗੀ ਉਹ ਦੂਸਰਿਆਂ ਲਈ ਲੰਗਰ ਕਿਵੇਂ ਲਾ ਸਕਦਾ ਹੈ। ਇਸੇ ਲਈ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਧਾਰਮਿਕ ਤੋਂ ਪਹਿਲਾਂ ਆਰਥਿਕ ਸਮਰੱਥਾ ਦਾ ਕੇਂਦਰ ਬਣਾਇਆ ਗਿਆ। ਇੱਥੇ ਸੁਨਿਆਰੇ, ਲੋਹਾਰ, ਚਮਿਆਰ, ਘੁਮਿਆਰ, ਤਰਖਾਨ ਤੇ ਇਸੇ ਤਰ੍ਹਾਂ ਦੇ ਕੁੱਲ 52 ਤਰ੍ਹਾਂ ਦੇ ਕਾਰੀਗਰ ਤੇ ਵਪਾਰੀ ਇੱਥੇ ਲਿਆ ਕੇ ਵਸਾਉਣ ਦੀ ਯੋਜਨਾ ਬਣਾਈ ਗਈ ਤੇ ਇਸ ਭਾਰੀ ਜ਼ਿੰਮੇਵਾਰੀ ਭਰੀ ਸੇਵਾ ਨੂੰ ਸਿਰੇ ਲਾਉਣ ਦਾ ਕੰਮ ਭਾਈ ਸ਼ਾਲੋ ਜੀ ਦੀ ਅਗਵਾਈ ਵਿੱਚ ਸੰਪੂਰਨ ਕੀਤਾ ਗਿਆ। ਦਰਬਾਰ ਸਾਹਿਬ ਤੋਂ ਲਗਭਗ 10 ਮਿੰਟਾਂ ਦੀ ਪੈਦਲ ਦੂਰੀ ਤੇ ਜਿੱਥੇ ਅੱਜ ਭਾਈ ਸ਼ਾਲੋ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਉਸ ਥਾਂ ਤੇ ਇਹ ਪੁਰਾਣਾ ਸ਼ਹਿਰ ਵਸਾਇਆ ਗਿਆ ਸੀ। ਸਮਾਂ ਇਸੇ ਤਰ੍ਹਾਂ ਆਪਣੀ ਚਾਲ ਚੱਲਦਾ ਰਿਹਾ। ਸ਼੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਹੁਣ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਸੁਭਾਇਮਾਨ ਸਨ। ਪਰ ਜਿਵੇਂ ਸਮਾਂ ਅੱਗੇ ਵੱਧਦਾ ਗਿਆ ਭਾਈ ਸ਼ਾਲੋ ਜੀ ਤੇ ਗੁਰੂ ਘਰ ਦੀ ਕਿਰਪਾ ਵੱਧਦੀ ਗਈ। ਹੁਣ ਪੂਰੇ ਅੰਮ੍ਰਿਤਸਰ ਸ਼ਹਿਰ ਦਾ ਪ੍ਰਬੰਧ ਭਾਈ ਸ਼ਾਲੋ ਜੀ ਦੇ ਮੋਢਿਆਂ ਤੇ ਸੀ। ਦਰਬਾਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਚੱਲ ਰਹੀ ਸੀ। ਪਰ ਇੱਕ ਦਿਨ ਹੌਲੀ ਕੰਮ ਦੀ ਰਫ਼ਤਾਰ ਘਟਣ ਲੱਗ ਪਈ। ਪੁੱਛਣ ਤੇ ਪਤਾ ਲੱਗਿਆ ਕਿ ਜਿਹੜੇ ਆਵੇ ਵਿੱਚ ਇੱਟਾਂ ਪਕਾਈਆਂ ਜਾਂਦੀਆਂ ਹਨ ਉਹਦੇ ਲਈ ਹੁਣ ਬਾਲਣ ਖਤਮ ਹੋਣ ਵਾਲਾ ਹੈ ਤੇ ਜੇ ਛੇਤੀ ਹੀ ਹੋਰ ਬਾਲਣ ਨਾ ਆਇਆ ਤਾਂ ਸਰੋਵਰ ਦੀ ਸੇਵਾ ਰੁਕ ਜਾਊਗੀ। ਇਹ ਗੱਲ ਜਦੋਂ ਭਾਈ ਸ਼ਾਲੋ ਜੀ ਤੱਕ ਪਹੁੰਚੀ ਤਾਂ ਉਹ ਤੁਰੰਤ ਆਪਣੇ ਸੇਵਾਦਾਰ ਸਾਥੀਆਂ ਸਮੇਤ ਬਲਦ ਗੱਡੇ ਲੈ ਕੇ ਪਿੰਡਾਂ ਵਿੱਚ ਨਿਕਲ ਗਏ। ਪਿੰਡ ਘੁੰਮਦੇ ਰਹੇ ਪਰ ਜਿੰਨੀ ਭਾਰੀ ਤਾਦਾਦ ਵਿੱਚ ਬਾਲਣ ਚਾਹੀਦਾ ਸੀ ਉਹਨਾਂ ਇਕੱਠਾ ਨਹੀਂ ਸੀ ਹੋ ਰਿਹਾ। ਇਸੇ ਲਈ ਫਿਰ ਇੱਕ ਪਿੰਡ ਪੰਡੋਰੀ ਵਡੈਚ ਪਹੁੰਚ ਕੇ ਭਾਈ ਸ਼ਾਲੋ ਜੀ ਨੇ ਹੋਕਾ ਦੇਣਾ ਸ਼ੁਰੂ ਕਰ ਦਿੱਤਾ, ਲੈ ਜਾਓ ਭਾਈ ਲੈ ਜਾਓ, ਪਾਥੀਆਂ ਦੇ ਬਦਲੇ ਪੁੱਤਰ ਲੈ ਜਾਓ। ਜਿਹੜੇ ਸ਼ਰਧਾਲੂ ਅੱਜ ਗੁਰੂ ਘਰ ਦੀ ਸੇਵਾ ਲਈ ਸੱਚੇ ਮਨ ਨਾਲ ਪਾਥੀਆਂ ਤੇ ਹੋਰ ਬਾਲਣ ਦੀ ਸੇਵਾ ਕਰਨਗੇ, ਗੁਰੂ ਸਾਹਿਬ ਕਿਰਪਾ ਕਰਕੇ ਉਹਨਾਂ ਦੇ ਘਰ ਪੁੱਤਰ ਦੀ ਦਾਤ ਦੇਣਗੇ। ਇਹ ਹੋਕਾ ਸੁਣਨ ਦੀ ਹੀ ਦੇਰ ਸੀ। ਸੰਗਤਾਂ ਨੇ ਵੱਧ ਚੜ ਕੇ ਇੱਕ ਦੂਜੇ ਤੋਂ ਅੱਗੇ ਹੋ ਕੇ ਪਾਥੀਆਂ ਤੇ ਹੋਰ ਬਾਲਣ ਗੱਡਿਆਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਤੇ ਮਸਾ 2-3 ਪਿੰਡਾਂ 'ਚ ਫਿਰਨ ਤੇ ਹੀ ਸਾਰੇ ਗੱਡੇ ਬਾਲਣ ਨਾਲ ਲਬਾਲਬ ਭਰ ਗਏ। ਇਸ ਤੋਂ ਬਾਅਦ ਦਰਬਾਰ ਸਾਹਿਬ ਪਹੁੰਚ ਕੇ ਇੱਟਾਂ ਪਕਾਉਣ ਤੇ ਸਰੋਵਰ ਨੂੰ ਪੱਕਾ ਕਰਨ ਦਾ ਕੰਮ ਇੱਕ ਵਾਰ ਫਿਰ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਿਆ। ਸ਼ਾਮ ਨੂੰ ਜਦੋਂ ਇਹ ਸਾਰਾ ਵਾਕਾ ਗੁਰੂ ਸਾਹਿਬ ਜੀ ਨੇ ਸੁਣਿਆ ਤਾਂ ਉਹ ਖੜਖੜਾ ਕੇ ਹੱਸ ਪਏ। ਗੁਰੂ ਸਾਹਿਬ ਫਰਮਾਏ, ਹਾਂ ਭਾਈ ਹਾਂ, ਸ਼ਾਲੋ ਜੀ ਨੇ ਜੋ ਕਿਹਾ ਉਹ ਬਿਲਕੁਲ ਠੀਕ ਕਿਹਾ। ਇਹਨਾਂ ਦਾ ਕਿਹਾ ਗਲਤ ਕਿਵੇਂ ਹੋ ਸਕਦਾ ਹੈ। ਜੋ ਵੀ ਗੁਰਸਿੱਖ ਭਾਈ ਸ਼ਾਲੋ ਜੀ ਦੇ ਕਥਨਾਂ ਮੁਤਾਬਕ ਪਾਥੀਆਂ ਦੀ ਸੇਵਾ ਕਰੂਗਾ, ਗੁਰੂ ਘਰ ਤੋਂ ਉਹਨੂੰ ਪੁੱਤਰ ਦੀ ਦਾਤ ਬਖਸ਼ੀ ਜਾਊਗੀ। ਸੰਗਤ ਵਿੱਚ ਭਾਈ ਸ਼ਾਲੋ ਜੀ ਦਾ ਵੈਸੇ ਹੀ ਬੜਾ ਆਦਰ ਸੀ, ਜਿਸ ਵਿੱਚ ਇਸ ਘਟਨਾ ਤੋਂ ਬਾਅਦ ਹੋਰ ਵਾਧਾ ਹੋਣ ਲੱਗ ਪਿਆ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦਾ ਸਦਕਾ ਸਿੱਧਕੀ ਸਿੱਖ ਸੇਵਾ ਦੇ ਪੁੰਜ ਭਾਈ ਸ਼ਾਲੋ ਜੀ ਦੇ ਮੁਖ ਤੋਂ ਜੋ ਵੀ ਕਥਨ ਨਿਕਲਦਾ ਉਹ ਸੱਚ ਹੋ ਜਾਂਦਾ। ਇਸੇ ਤਰ੍ਹਾਂ ਹੀ ਭਾਈ ਸ਼ਾਲੋ ਜੀ ਦੇ ਨਾਲ ਜੁੜੇ ਹੋਏ ਇੱਕ ਹੋਰ ਕਿੱਸੇ ਦਾ ਜ਼ਿਕਰ ਸਾਨੂੰ ਜਾਣਨ ਨੂੰ ਮਿਲਦਾ ਹੈ।
ਇੱਕ ਵਾਰ ਮੱਧ ਪ੍ਰਦੇਸ਼ ਦਾ ਰਾਜਾ ਕਮਲ ਸੈਨ ਸਿੱਖ ਗੁਰੂ ਸਾਹਿਬਾਨਾਂ ਦੀ ਸੋਭਾ ਸੁਣ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਉਸ ਦੇ ਨਾਲ ਉਸ ਦੀ ਪਤਨੀ ਤੇ ਉਸ ਦਾ ਇੱਕੋ ਇੱਕ ਪੁੱਤਰ ਵੀ ਸੀ, ਜਿਸ ਨੂੰ ਉਸਨੇ ਬੜੇ ਲਾਡਾਂ ਤੇ ਰੀਝਾਂ ਨਾਲ ਪਾਲਿਆ ਸੀ। ਆਪਣੇ ਆਪ ਨੂੰ ਵਿਲੱਖਣ ਦਿਖਾਉਣ ਲਈ ਉਸ ਰਾਜਕੁਮਾਰ ਨੇ ਬੜੀ ਅਜੀਬ ਜਿਹੀ ਪੋਸ਼ਾਕ ਪਾਈ ਹੋਈ ਸੀ। ਨਾਲ ਹੀ ਕਈ ਤਰ੍ਹਾਂ ਦੇ ਸੋਨੇ ਚਾਂਦੀ ਤੇ ਹੀਰੇ ਮੋਤੀਆਂ ਦੇ ਭਾਰੀ ਗਹਿਣੇ ਗੱਟੇ ਪਾਏ ਹੋਏ ਸਨ। ਪਹਿਲੀ ਨਜ਼ਰ 'ਚ ਵੇਖਣ ਤੇ ਤਾਂ ਪਛਾਣਨਾ ਹੀ ਔਖਾ ਸੀ ਕਿ ਉਹ ਲੜਕਾ ਹੈ ਜਾਂ ਲੜਕੀ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਉਹ ਰਾਜਾ ਆਪਣੇ ਪਰਿਵਾਰ ਸਮੇਤ ਸਰੋਵਰ ਦੀ ਪਰਿਕਰਮਾ ਕਰ ਰਿਹਾ ਸੀ ਤਾਂ ਠੀਕ ਉਸੇ ਸਮੇਂ ਭਾਈ ਸ਼ਾਲੋ ਜੀ ਪਰਿਕਰਮਾ ਵਿੱਚ ਝਾੜੂ ਲਾਉਣ ਦੀ ਸੇਵਾ ਕਰ ਰਹੇ ਸਨ। ਭਾਈ ਸ਼ਾਲੋ ਜੀ ਆਪਣੀ ਸੇਵਾ ਵਿੱਚ ਮਗਨ ਸਨ ਤੇ ਉਸ ਰਾਜਕੁਮਾਰ ਨੇ ਵੀ ਧਿਆਨ ਨਹੀਂ ਕੀਤਾ ਤੇ ਗਲਤੀ ਨਾਲ ਉਸ ਦਾ ਪੈਰ ਭਾਈ ਸ਼ਾਲੋ ਜੀ ਦੇ ਝਾੜੂ ਦੇ ਉੱਤੇ ਆ ਗਿਆ। ਇਸ ਤੇ ਭਾਈ ਸ਼ਾਲੋ ਜੀ ਦੇ ਮੁਖ ਚੋਂ ਸਹਿ-ਸੁਭਾਅ ਹੀ ਨਿਕਲ ਗਿਆ, ਬੇਟੀ ਦੇਖ ਕੇ ਥੋੜਾ ਜਿਹਾ ਧਿਆਨ ਨਾਲ। ਇਹ ਗੱਲ ਤੁਹਾਨੂੰ ਥੋੜਾ ਜਿਹਾ ਹੈਰਾਨ ਕਰੂਗੀ, ਪਰ ਭਾਈ ਸ਼ਾਲੋ ਜੀ ਦੇ ਸਿਰਫ ਕਹਿਣ ਮਾਤਰ ਨਾਲ ਹੀ ਅਗਲੇ ਦਿਨ ਤੱਕ ਉਹ ਰਾਜਕੁਮਾਰ ਆਪਣੇ ਅੰਗਾਂ ਤੇ ਆਵਾਜ਼ ਸਮੇਤ ਬਿਲਕੁਲ ਇੱਕ ਲੜਕੀ ਵਿੱਚ ਤਬਦੀਲ ਹੋ ਗਿਆ। ਹੈਰਾਨ ਪਰੇਸ਼ਾਨ ਰਾਜਾ ਆਪਣੇ ਪੁੱਤਰ ਨੂੰ ਲੈ ਕੇ ਬੇਨਤੀ ਕਰਨ ਗੁਰੂ ਸਾਹਿਬਾਨ ਦੇ ਕੋਲ ਪਹੁੰਚਿਆ ਤੇ ਜਾ ਕੇ ਸਾਰੀ ਗੱਲ ਕਹਿ ਸੁਣਾਈ। ਗੁਰੂ ਸਾਹਿਬਾਨ ਨੇ ਰਾਜਾ ਨੂੰ ਬੜੇ ਆਦਰ ਨਾਲ ਜਵਾਬ ਦਿੱਤਾ ਕਿ ਰਾਜਾ ਸਾਹਿਬ, ਤੁਸੀਂ ਪਰੇਸ਼ਾਨ ਨਾ ਹੋਵੋ, ਇਹਦਾ ਬੜਾ ਹੀ ਆਸਾਨ ਹੱਲ ਹੈ। ਤੁਹਾਡਾ ਪੁੱਤਰ ਬਿਲਕੁਲ ਪਹਿਲਾਂ ਵਰਗਾ ਹੀ ਹੋ ਜਾਊਗਾ। ਤੁਸੀਂ ਬਸ ਕਰਨਾ ਇਹ ਹੈ ਕਿ ਅੱਜ ਸ਼ਾਮ ਨੂੰ ਫੇਰ ਜਦੋਂ ਭਾਈ ਸ਼ਾਲੋ ਜੀ ਝਾੜੂ ਦੀ ਸੇਵਾ ਕਰ ਰਹੇ ਹੋਣਗੇ ਤਾਂ ਰਾਜਕੁਮਾਰ ਨੇ ਕੱਲ ਦੀ ਤਰ੍ਹਾਂ ਹੀ ਜਾ ਕੇ ਉਹਨਾਂ ਨਾਲ ਟਕਰਾ ਜਾਣਾ ਹੈ, ਪਰ ਇਸ ਵਾਰ ਤੁਹਾਡੇ ਪੁੱਤਰ ਦੇ ਕੱਪੜੇ ਲੜਕਿਆਂ ਵਾਲੇ ਹੋਣੇ ਚਾਹੀਦੇ ਹਨ। ਰਾਜਕੁਮਾਰ ਨੇ ਠੀਕ ਉਦਾਂ ਹੀ ਕੀਤਾ ਤੇ ਭਾਈ ਸ਼ਾਲੋ ਜੀ ਨੇ ਵੀ ਕੱਲ ਦੀ ਤਰ੍ਹਾਂ ਹੀ ਸਹਿ-ਸੁਭਾਅ ਕਹਿ ਦਿੱਤਾ, ਪੁੱਤਰ ਜੀ ਦੇਖ ਕੇ ਥੋੜਾ ਜਿਹਾ ਧਿਆਨ ਨਾਲ। ਤੇ ਭਾਈ ਸ਼ਾਲੋ ਜੀ ਦੇ ਮੁਖ ਤੋਂ ਨਿਕਲੇ ਬੋਲਾਂ ਮੁਤਾਬਕ ਅਗਲੇ ਦਿਨ ਤੱਕ ਰਾਜਕੁਮਾਰ ਬਿਲਕੁਲ ਆਪਣੇ ਪਹਿਲਾਂ ਵਾਲੇ ਰੂਪ ਵਿੱਚ ਹੀ ਆ ਗਿਆ। ਇਹ ਕਿੱਸਾ ਸੁਣ ਕੇ ਕਈਆਂ ਦੇ ਮਨ ਵਿੱਚ ਸਵਾਲ ਉੱਠਣਗੇ। ਦਾਅਵੇ ਨਾਲ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਕਿੱਸਾ ਸੱਚ ਹੈ ਜਾਂ ਨਹੀਂ, ਪਰ ਮੈਂ ਦੱਸਣਾ ਇਸ ਲਈ ਜ਼ਰੂਰੀ ਸਮਝਿਆ ਕਿਉਂਕਿ ਇਹ ਇਤਿਹਾਸ ਬਕਾਇਦਾ ਗੁਰਦੁਆਰਾ ਭਾਈ ਸ਼ਾਲੋ ਟੋਬਾ ਯਾਨੀ ਕਿ ਭਾਈ ਸ਼ਾਲੋ ਜੀ ਦੀ ਯਾਦ ਵਿੱਚ ਉਸਾਰੇ ਹੋਏ ਗੁਰਦੁਆਰਾ ਸਾਹਿਬ ਵਿੱਚ ਵੱਡਾ ਲਿਖਤ ਰੂਪ ਵਿੱਚ ਬੋਰਡ ਤੇ ਲੱਗਿਆ ਹੋਇਆ ਹੈ। ਇਸ ਵਾਕਿਏ ਨਾਲ ਜੁੜੀ ਹੋਈ ਤਸਵੀਰ ਵੀ ਉੱਥੇ ਲਗਾਈ ਗਈ ਹੈ। ਕਈ ਵਾਰ ਸਾਡਾ ਮੂਰਖ ਦਿਮਾਗ ਹਰ ਗੱਲ ਤੇ ਤਰਕ ਕਰਨ ਲੱਗ ਪੈਂਦਾ ਹੈ, ਪਰ ਉਸ ਅਕਾਲ ਪੁਰਖ ਦੀ ਲੀਲਾ ਅਪਰੰਪਾਰ ਹੈ। ਹੋ ਸਕਦਾ ਹੈ ਕਿ ਇਹ ਕਿੱਸਾ ਸੱਚ ਹੀ ਹੋਵੇ। ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਸ ਬਾਰੇ ਵਿੱਚ ਕੀ ਲੱਗਦਾ ਹੈ। ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ। ਸਾਡਾ ਇੰਸਟਾਗ੍ਰam ਪੇਜ ਵੀ ਤੁਹਾਡੀ ਉਡੀਕ ਕਰ ਰਿਹਾ ਹੈ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।